ਇਹ ਸਾਡੇ 6 ਜੁਜ਼ ਨੇ ਗਿਜ਼ਾ ਦੇ। ਉਹਦੇ ਵਿੱਚੋਂ ਜਿਹੜਾ ਘਿਓ ਹੋਵੇਗਾ ਨਾ ਉਹ ਮੇਨ 3 ਜੁਜ਼ਾਂ ਦੇ ਵਿੱਚੋਂ ਵੱਡਾ ਸੀ। ਘਿਓ ਦੇ ਉੱਤੇ ਗੱਲ ਹੋ ਰਹੀ ਸੀ ਨਾ, ਦੇਸੀ ਘੀ ਦੇ ਉੱਤੇ। ਜੀ ਉਸੇ ਪਹਿਲੂ ਦੇ ਉੱਤੇ ਆਪਣੇ ਯਾਦ ਕਰ ਲਓ, ਦੇਸੀ ਘਿਓ ਦੀ ਹੋ ਰਹੀ ਸੀ। ਦੇਸੀ ਘਿਓ ਜਿਹੜਾ ਸਾਡਾ ਇਹ ਅਹਿਮ ਜੁਜ਼ ਹੈਗਾ, ਯਾਨੀ ਕੈਂਸਰ ਤੋਂ ਬਚਾਉਣ ਵਾਸਤੇ ਵੀ ਤੇ ਵੈਸੇ ਬਿਮਾਰੀਆਂ ਨੂੰ ਤੋੜਨ ਵਾਸਤੇ, ਜਰਾਸੀਮਾਂ ਨੂੰ ਮਾਰਨ ਵਾਸਤੇ ਤਰੀਆਕ ਇਹ ਤਰੀਆਕ ਹੈਗਾ। ਠੀਕ ਹੈ। ਜਿਹਨੂੰ ਮਲਟੀਨੈਸ਼ਨਲ ਕੰਪਨੀਆਂ ਨੇ ਲੱਗੀ ਬੰਦੀ ਤੇ ਸੋਚੀ ਸਮਝੀ ਸਕੀਮ ਦੇ ਤਹਿਤ ਜਿਹੜਾ ਨਾ ਉਹਨੂੰ ਕਿਹਾ ਜੀ ਇਹ ਤੇ ਕੋਲੈਸਟਰੋਲ ਪੈਦਾ ਕਰਦਾ ਹੈ, ਇਹ ਬਲੱਡ ਪ੍ਰੈਸ਼ਰ ਪੈਦਾ ਕਰਦਾ ਹੈ, ਇਹ ਤੇ ਇਸ ਤਰ੍ਹਾਂ ਕਰਦਾ ਹੈ। ਉਹਦੀ ਸਾਰੀਆਂ ਖਾਮੀਆਂ ਬਿਆਨ ਕੀਤੀ। ਜਿਹੜੀ ਅੱਲਾ ਦੀ ਚੀਜ਼ ਬਣਾਈ ਹੋਈ ਹੈਗੀ ਉਹ ਖਰਾਬ ਹੋਵੇ ਤੇ ਜਿਹੜੀ ਇਹਨਾਂ ਦੀ ਬਣਾਈ ਹੈ, ਜਿਹੜੀ ਛੋਟੀ ਜਿਹੀ ਅਕਲ ਦੀ ਬਣਾਈ, ਨਾਕਸ ਅਕਲ ਦੀ, ਉਹ ਬਿਹਤਰ ਹੋਵੇ। ਅੱਲਾ ਦੀ ਬਣਾਈ ਹੋਈ ਚੀਜ਼ ਜਿਹੜੀ ਸਭ ਤੋਂ ਅੱਲਾ, ਅੱਲਾ ਨੇ ਬਾਡੀ ਬਣਾਈ ਉਹਦੇ ਵਾਸਤੇ ਚੀਜ਼ਾਂ ਅੱਲਾ ਨੇ ਪੈਦਾ ਕੀਤੀਆਂ ਖੁਦ, ਤੇ ਉਹ ਚੀਜ਼ਾਂ ਉਹਦੇ ਵਾਸਤੇ ਅੱਲਾ ਨੇ। ਹੁਣ ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ। ਕਿਸੇ ਗੱਡੀ ਦੇ ਵਿੱਚ ਡੀਜ਼ਲ ਚੱਲਦਾ, ਕਿਸੇ ਦੇ ਵਿੱਚ ਪੈਟਰੋਲ ਪੈਂਦਾ ਹੈ, ਕਿਸੇ ਦੇ ਕੈਰੋਸੀਨ ਵਿੱਚ ਮਿੱਟੀ ਦਾ ਤੇਲ ਵੀ ਪੈਂਦਾ ਹੈ। ਸਹੀ। ਤੇ ਹੁਣ ਜਿਹੜੀ ਗੱਡੀ ਦੇ ਵਿੱਚ ਮਿੱਟੀ ਦਾ ਤੇਲ ਉਹਦੇ 'ਚ ਡੀਜ਼ਲ ਪਾਤਾ ਜਾਂ ਪੈਟਰੋਲ ਪਾਤਾ ਜੀ ਉਹ ਤਾਂ ਬਹਿ ਜਾਏਗੀ। ਜੇ ਪੈਟਰੋਲ ਪੈਂਦਾ ਉਹਦੇ 'ਚ ਡੀਜ਼ਲ ਪਾਤਾ ਤਾਂ ਨਹੀਂ ਚੱਲੇਗੀ ਨਾ। ਇਸੇ ਤਰ੍ਹਾਂ ਤੇ ਇਸੇ ਤਰ੍ਹਾਂ ਹੀ ਉਹ ਅੱਲਾ ਨੇ ਜਿਹੜੀ ਚੀਜ਼ ਜਿਸ ਚੀਜ਼ ਵਾਸਤੇ ਰੱਖੀ ਨਾ ਉਹ ਪੈਣੀ ਚਾਹੀਦੀ ਹੈ। ਇੱਥੇ ਦੇਸੀ ਘਿਓ ਦੀ ਜਗ੍ਹਾ ਤੇ ਉਹ ਡਾਲਡਾ ਪਾਈ ਆਉਂਦੇ ਨੇ। ਅੱਛਾ, ਇੱਕ ਹਕੀਮ ਸਾਹਿਬ ਅੱਜ ਕੱਲ੍ਹ ਤਾਂ ਨਾ ਦੇਸੀ ਘੀ ਜਿਹੜਾ ਨਾ ਉਹ ਮਿਲਣਾ ਇੱਕ ਤਾਂ ਬਹੁਤ ਮੁਸ਼ਕਿਲ ਹੈਗਾ, ਕਿਉਂਕਿ ਅੱਗੇ ਹੁਣ ਤਾਂ ਪਿੰਡਾਂ ਥਾਵਾਂ 'ਤੇ ਵੀ ਲੋਕੀ ਜਿਹੜੇ ਨੇ ਨਾ ਉਹ ਜਾਨਵਰ ਰੱਖਣਾ ਘੱਟ ਗਏ ਨੇ, ਮਤਲਬ ਜਾਨਵਰ ਜਿਹੜੇ ਨੇ ਘੱਟ ਗਏ ਨੇ। ਇਸ ਵਾਸਤੇ ਇਹਦਾ ਮੇਰਾ ਸਵਾਲ ਇਹਦਾ ਮੁਤਬਾਦਲ ਅਗਰ ਅਸੀਂ ਸੋਚਣਾ ਚਾਹੀਏ ਕਿ ਅਸੀਂ ਦੇਸੀ ਘੀ ਅਗਰ ਨਹੀਂ ਮਿਲ ਰਿਹਾ ਤੇ ਉਹਦਾ ਮੁਤਬਾਦਲ ਜਾਂ ਉਹਦੇ ਤੋਂ ਲੈਸ ਘੱਟ ਦਰਜੇ ਦਾ ਲੇਕਿਨ ਅਫਾਦੀਅਤ ਉਹਦੇ ਨਾਲ ਕੋਈ ਰਲਦੀ ਮਿਲਦੀ ਹੋਵੇ, ਉਹ ਕਿਹੜੀ ਚੀਜ਼ ਇਸਤੇਮਾਲ ਕਰਨੀ ਚਾਹੀਦੀ? ਸਭ ਤੋਂ ਪਹਿਲੇ ਤੇ ਮਲਟੀਨੈਸ਼ਨਲ ਕੰਪਨੀਆਂ ਨੇ ਸਾਰਾ ਕਿਹਾ ਜੀ ਇਹ ਲਾਹੌਰ ਗੰਦਾ ਹੁੰਦਾ ਜੀ, ਸ਼ਹਿਰ ਗੰਦੇ ਨੇ, ਮੱਝਾਂ ਬਾਹਰ ਕੱਢੋ। ਬਾਹਰ ਕੱਢੀਆਂ ਨੇ ਜਿਸ ਲਈ ਤੇ ਉੱਥੇ ਸਾਰੀਆਂ ਕਲੋਨੀਆਂ ਬਣਾ ਕੇ ਜਗ੍ਹਾ ਘੱਟ ਕਰ ਦਿੱਤੀਆਂ। ਇਹ ਖੁਦ ਸੋਚੀ ਸਮਝੀ ਪਿੱਛੇ ਲਾਬੀ ਜਿਹੜੀ ਹੈ ਨਾ, ਕਿਉਂ ਨਹੀਂ ਇਹ ਮਕਾਨ ਹੇਠ ਉੱਤੇ ਵੀ ਬਣਾ ਲੈਂਦੇ। ਅੱਲਾ ਨੇ ਜੇ ਵਸੀ ਬਣਿਆ, ਇਹ ਫੈਲਦੇ ਨੇ ਖੁੱਲੇ ਖਾਤੇ, ਬੜੀਆਂ ਐਸ਼ਾਂ ਕਰਾਦੇ ਫਿਰਦੇ ਨੇਗੇ। ਕਿਉਂ ਜਾਂ ਸਾਰੀਆਂ ਜਿਹੜੀਆਂ ਸਾਡੀਆਂ ਕਾਸ਼ਤ ਵਾਲੀਆਂ ਜ਼ਮੀਨਾਂ ਨੇ ਉਹ ਸਾਰੀਆਂ ਇਹਦੇ ਨਾਲ ਕਲੋਨੀਆਂ ਬਣ ਗਈਆਂ ਨੇ, ਆਬਾਦੀ ਵਿੱਚ ਆ ਗਈਆਂ ਨੇ। ਪਹਿਲਾਂ ਤਾਂ ਇਹਨਾਂ ਨੇ ਜਾਣ ਕੇ ਇਸ ਤਰ੍ਹਾਂ ਖ਼ਤਮ ਕਰ ਦਿੱਤਾ ਵੇ ਖੇਤਾਂ ਨੂੰ ਵੀ। ਦੂਸਰੇ ਨੰਬਰ ਦੇ ਉੱਤੇ ਫਿਰ ਇਹਨਾਂ ਦਾ ਜਿਹੜਾ ਕਹਿੰਦੇ ਨੇਗੇ ਲੱਭਦਾ ਨਹੀਂ ਗਾ, ਮਿਲਦਾ ਨਹੀਂ ਹੈਗਾ। ਲੋਕ ਵੀ ਸਹੂਲਤ ਪਸੰਦ ਹੋ ਗਏ ਨੇ, ਉਹ ਪੈਸੇ ਬਹੁਤੇ ਕਮਾ ਲੈਂਦੇ ਰੋਜ਼ੀ ਦਾ ਬਹਾਨਾ ਬਣਾ ਕੇ। ਪਾਣੀ ਪਾਇਆ ਜਾਂ ਉਹਦੇ 'ਚ ਪਾਊਡਰ ਪਾਇਆ, ਹੋਰ ਦੁੱਧ ਕਰਕੇ ਜ਼ਿਆਦਾ ਵੇਚ ਦਿੱਤਾ। ਹੁਣ ਮਿਲਾਵਟ ਬਹੁਤ ਜ਼ਿਆਦਾ ਕਰਦੇ ਨੇ ਦੁੱਧ ਦੇ ਵਿੱਚ, ਉਹਦੇ ਨਾਲ ਵੀ ਲੋਕ ਬਿਮਾਰ ਹੁੰਦੇ, ਖੁਦਗਰਜ਼ੀ ਆ ਗਈ। ਤੀਸਰੇ ਨੰਬਰ ਤੇ ਤੁਸੀਂ ਉਹਦਾ ਪੁੱਛਿਆ ਕਿ ਉਹਦਾ ਮੁਤਬਾਦਲ ਕੀ ਹੈਗਾ। ਉਹਦਾ ਮੁਤਬਾਦਲ ਫਿਰ ਸਾਡੇ ਨਬਾਤੀ ਤੇਲ ਰਹਿ ਜਾਂਦੇ ਨੇਗੇ, ਜਿਹਦੇ 'ਚ ਜ਼ੈਤੂਨ ਦਾ ਤੇਲ ਸਾਡਾ ਸਭ ਤੋਂ ਜ਼ਿਆਦਾ ਬਿਹਤਰ ਹੈਗਾ। ਉਹ ਜਾਂ ਦੂਸਰੇ ਤੇਲ ਨੇ, ਲੇਕਿਨ ਉਹ ਦੂਸਰੇ ਤੇਲ ਸਾਡੇ ਉਹ ਇਨਡਾਇਰੈਕਟਲੀ ਸਾਡੇ ਕੋਲ ਆਉਣੇ ਚਾਹੀਦੇ। ਜਾਨਵਰ ਖਾਣ ਤੇ ਸਾਡੇ ਕੋਲ ਆਉਣ, ਅਸੀਂ ਉਹਨਾਂ ਨੂੰ ਡਾਇਰੈਕਟ ਵੀ ਇਸਤੇਮਾਲ ਕਰੀਏ ਨਾ ਤੇ ਫਿਰ ਉਹਨੂੰ ਸਿੱਧੇ ਆਉਣਾ ਚਾਹੀਦਾ, ਪ੍ਰੋਸੈਸ ਨਹੀਂ ਕਰਨੇ। ਮਸਲਨ ਇਹਦੇ 'ਚ ਕਿਹੜਾ ਹੋ ਸਕਦਾ ਹੈ? ਇੱਕ ਤਾਂ ਤੁਸੀਂ ਜ਼ੈਤੂਨ ਦਾ ਕਿਹਾ, ਜ਼ੈਤੂਨ ਦਾ ਤੇਲ ਹੈ, ਤਿਲਾਂ ਦਾ ਤੇਲ ਹੈ, ਸਰਸੋਂ ਦਾ ਤੇਲ ਹੈ। ਸਰਸੋਂ ਦੇ ਕਿੰਨੇ ਕਿਸਮ ਦੇ ਤੇਲ ਨੇ, ਸਰਸੋਂ ਜਿੰਨੀਆਂ ਕਿਸਮ ਦੀਆਂ ਨੇ ਸਾਰੇ ਤੇਲ ਉਹਦੇ ਲਈ ਬਿਹਤਰ ਨੇਗੇ। ਔਰ ਜਿਸ ਇਲਾਕੇ 'ਚ ਜਿਹੜੀ ਸਰਸੋਂ ਹੁੰਦੀ ਉਹਦੇ ਉਸ ਇਲਾਕੇ ਦੇ ਲੋਕਾਂ ਵਾਸਤੇ ਉਹ ਬਿਹਤਰ ਹੈਗੀ। ਠੀਕ ਹੈ। ਜਿਹੜੀ ਇਹ ਨਹੀਂ ਕਿ ਦੂਸਰੇ ਇਲਾਕੇ, ਜਿਸ ਇਲਾਕੇ 'ਚ ਜਿਹੜੇ ਸਮੁੰਦਰਾਂ ਦੇ ਮੱਛਲੀ ਦਾ ਤੇਲ ਹੈਗਾ, ਮੱਛਲੀ ਦੀ ਚਰਬੀ ਹੈਗੀ। ਅੱਛਾ, ਉਹਦਾ ਤੇਲ ਬਣਾ ਜਾਨਵਰਾਂ ਦੀ ਚਰਬੀ ਹੈਗੀ। ਅੱਛਾ, ਉਹਦਾ ਤੇਲ ਬਣਾ ਕੇ ਇਸਤੇਮਾਲ, ਚਰਬੀ ਦਾ ਤੇਲ ਬਣਦਾ, ਘਿਓ ਬਣਦਾ, ਲੇਕਿਨ ਉਹ ਵੀ ਕਾਰਖਾਨਿਆਂ ਦਾ ਨਾ ਹੋਵੇ। ਹਾਂਜੀ, ਉਹ ਕਾਰਖਾਨੇ ਵਾਲੇ ਜਿਹੜੇ ਤੁਹਾਡੇ ਕਹਿਣ ਦੇ ਮੁਕਾਬਲੇ ਪ੍ਰੋਸੈਸ ਕਰ ਦਿੰਦੇ ਨੇ। ਤੇ ਹਰ ਚੀਜ਼ ਜਿਹੜੀ ਨਾ ਉਹਦੇ ਆਪਣੇ ਜਿਹੜੇ ਕਿਸੇ ਚੀਜ਼ ਦੀ ਜ਼ਿਆਦਤੀ ਹੋ ਜਾਏ ਤੇ ਨੁਕਸਾਨ ਦਿੰਦੀ। ਫਿਰ ਜਿਹੜੇ ਬੰਦੇ ਅੱਗੇ ਖੁਸ਼ਕ ਨੇਗੇ ਤੇ ਉਹਨਾਂ ਨੇ ਜਿਉਂ ਸਰੋਂ ਦਾ ਤੇਲ ਖਾਦਾ ਜਾਂ ਖੁਸ਼ਕ ਤੇਲ ਖਾਦਾ ਤੇ ਉਹਨਾਂ ਨੂੰ ਤੇ ਹੋਰ ਖੁਸ਼ਕੀ ਹੋ ਪੈਣੀ। ਹਾਂਜੀ, ਘਿਓ ਜਿਹੜਾ ਉਹ ਬੈਲੈਂਸ ਹੈਗਾ, ਘਿਓ ਤਰੀਆਕ ਹੈਗਾ। ਘਿਓ ਦਾ ਫਾਰਮੂਲਾ ਵੀ ਜਿਹੜਾ ਨਾ ਕੈਮਿਸਟਰੀ ਪੜ੍ਹੇ, ਬਾਇਓ ਕੈਮਿਸਟਰੀ ਪੜ੍ਹੇ, ਉਹਨਾਂ ਨੂੰ ਕੱਢ ਕੇ ਵੇਖ ਲੈਣਾ, ਐਨਾਲਿਸਿਸ ਕਰਕੇ ਵੇਖ ਲੈਣਾ। ਕਾਰਬੋਹਾਈਡਰੇਟ ਦੇ ਨਾਲ ਉਹਦੇ ਨਾਲ ਨਾਈਟ੍ਰੋਜਨ ਹੈ, ਸਲਫਰ ਹੈਗੀ ਕਿੰਨੀ ਸਾਰੀ। ਅੱਛਾ, ਤੇ ਉਹ ਬਿਹਤਰੀਨ ਚੀਜ਼ਾਂ ਨੇਗੀਆਂ। ਠੀਕ, ਆਕਸੀਜਨ ਢੇਰਾਂ ਦੇ ਹਿਸਾਬ ਨਾਲ ਜਿਹੜਾ ਦੇਸੀ ਘਿਓ ਦੇ ਵਿੱਚ ਆਕਸੀਜਨ ਢੇਰਾਂ ਦੇ ਹਿਸਾਬ ਨਾਲ, ਹਾਈਡਰੋਜਨ ਕਾਫੀ ਸਾਰੀ ਹੈਗੀ। ਜਿਹੜੇ ਇਹ ਦੋਵੇਂ ਜਿਹੜੀਆਂ ਨੇ ਮਲਾਮਤ ਕਰਦੀਆਂ ਨੇ। ਸਾਡੀ ਆਕਸੀਜਨ ਸਾਡੇ ਸਾਂਸ ਦੇ ਵਾਸਤੇ ਕੰਮ ਆਉਂਦੀ ਹੈ, ਹਾਈਡਰੋਜਨ ਸਾਡੀ ਜਿਹੜੀ ਉਹ ਸਾਡੇ ਵਿੱਚ ਨਮੀ ਪੈਦਾ ਕਰਦੀ, ਮਲਾਮਤ ਪੈਦਾ ਕਰਦੀ, ਨਰਮੀ ਪੈਦਾ ਕਰਦੀ ਹੈਗੀ। ਠੀਕ ਹੈ। ਤੇ ਕਾਰਬਨ ਜਿਹੜੀ ਹੈ ਸਾਡੀ ਸਟੈਮਿਨਾ ਪੈਦਾ ਕਰਦੀ, ਮਜ਼ਬੂਤੀ ਪੈਦਾ ਕਰਦੀ ਹੈਗੀ। ਠੀਕ, ਅਗਰ ਕੱਲਾ ਲਈਏ ਤੇ ਅਗਰ ਇਹਦਾ ਕੰਬੀਨੇਸ਼ਨ ਕਰਕੇ ਮੁਰੱਕਬ ਦੇ ਖਸੂਸੀਆਤ ਹੋਰ ਹੋ ਜਾਂਦੀਆਂ, ਉਹ ਮੁਰੱਕਬ ਕਿਸਮ ਦੀਆਂ ਹੋ ਜਾਂਦੀਆਂ ਨੇ। ਠੀਕ ਹੈ। ਫਿਰ ਅੰਦਰ ਜਾਗਦੇ ਨੇ ਟੁੱਟ ਜਾਣਾ, ਟੁੱਟ ਕੇ ਜਿਸਮ ਨੇ ਆਪਣੇ ਮੁਤਾਬਕ ਬਣਾ ਲੈਣਾ, ਛੋਟੇ ਮਾਲੀਕਿਊਲ ਬਣਾ ਲੈਣੇ।
ਅੱਛਾ, ਜਿਹੜੀਆਂ ਫੈਕਟਰੀਆਂ ਲੱਗੀਆਂ ਉਹਨਾਂ ਨੇ ਆਪਣੇ ਜੁਜ਼ਵ, ਹਰ ਜੁਜ਼ਵ ਦੇ ਉੱਤੇ ਜਿਹੜੀਆਂ ਲੱਗੀਆਂ ਨੇ ਉਹਨਾਂ ਨੇ ਤੋੜ ਦੇਣਾ, ਤੋੜ ਕੇ ਤੇ ਬਣਾ ਕੇ ਮਿਹਦੇ ਨਹੀਂ ਤੋੜ ਦੇਣਾ ਜੀ, ਆਂਤਾਂ ਨੇ ਤੋੜ ਦੇਣਾ। ਇੱਥੇ ਮੂੰਹ 'ਚ ਗਏ ਨੇ, ਇੱਥੇ ਸਾਰਿਆਂ ਨੇ ਤੋੜ ਕੇ ਉਹਦੀ ਕੁਆਮ ਹੀ ਹੋਰ ਬਣਾ ਦੇਣਾ। ਜਦੋਂ ਮੂੰਹ ਦੇ ਇੱਥੇ ਗਦੂਦ ਲੱਗੇ ਨੇ, ਦੰਦਾਂ ਨੇ ਤੋੜਿਆ ਨਾ, ਇਹਦੇ 'ਚ ਗਦੂਦਾਂ ਦੇ ਵਿੱਚ ਲੁਆਬ ਨਿਕਲਦਾ ਹੈ। ਹਾਂ, ਲੁਆਬੇ ਦੇਣ, ਉਹ ਅਲਕਲਾਈਨ ਕਿਸਮ ਦਾ ਹੈ, ਜਿਵੇਂ ਤੁਹਾਨੂੰ ਅਲਕਲੀ ਦੱਸਿਆ ਹੈ। ਹਾਂ, ਸੋਡੇ ਦੀਆਂ ਬੋਤਲਾਂ ਪੈਪਸੀ ਵੱਖਰੀ, ਉਹਨਾਂ ਦੇ ਮਿਜ਼ਾਜ ਜ਼ਾਇਕੇ ਵੱਖਰੇ ਨੇ, ਤੇ ਹੈਗੇ ਵੱਖਰੇ ਵੱਖਰੇ ਨਾ। ਹਾਂ, ਜ਼ਾਇਕੇ ਵੱਖਰੇ ਵੱਖਰੇ ਨੇ। ਤੇ ਤੁਸੀਂ ਪੈਪਸੀ ਕੋਕ ਦੀ ਬੋਤਲ ਨੂੰ ਅਗਰ ਤੁਸੀਂ ਤੇਜ਼ਾਬ ਹੈਗਾ ਉਹਦੇ 'ਚ ਤੁਸੀਂ, ਆ ਬੈਟਰੀ ਨਹੀਂ ਨਾ ਸਾਫ਼ ਹੁੰਦੀ ਕੋਈ ਚੀਜ਼, ਉਹਨੂੰ ਉਹਦੇ ਨਾਲ ਧੋ ਤੇ ਛੇਤੀ ਨਾਲ ਸਾਫ਼ ਹੋ ਜਾਏਗੀ, ਇੰਨਾ ਤੇਜ਼ ਹੈ। ਅੱਛਾ, ਉਹ ਇੰਡੀਆ ਵਾਲੇ ਦੇ ਵਿੱਚ ਕਿ ਉਹ ਸੁਣਿਆ ਹੈਗਾ ਉਹ ਵਿੱਚ ਕਰਦੇ ਨੇ। ਆਪਣੀ ਗੱਲ ਲੰਬੀ ਹੁੰਦੀ। ਅੱਛਾ, ਇਸੇ ਤਰ੍ਹਾਂ ਹੀ ਉਹ ਆਪਣੇ ਮੌਜੂ ਤੋਂ ਅਸੀਂ ਹਟ ਜਾਂਦੇ ਹਾਂ। ਇਹ ਸਰ ਜਦੋਂ ਅਸੀਂ ਖਾਂਦੇ ਹਾਂ ਨਾ, ਇਹਨੇ ਉਹੋ ਜਿਹਾ ਲੁਆਬ ਵੀ ਉਹੋ ਜਿਹਾ ਪੈਦਾ ਕਰਨਾ, ਜਿਹੜੀ ਗਿਜ਼ਾ ਆਈ ਹੈ ਨਾ ਜਿਸਮ ਨੂੰ ਜਿਹੋ ਜਿਹੀ ਜ਼ਰੂਰਤ ਹੈ ਨਾ, ਲੁਆਬ ਇਸ ਨੂੰ ਗਦੂਦਾਂ ਨੇ ਉਹੋ ਜਿਹਾ ਪੈਦਾ ਕਰ ਦੇਣਾ, ਉਹਨੂੰ ਹਜ਼ਮ ਕਰੇ ਜਿਹੋ ਜਿਹੀ ਗਿਜ਼ਾ ਖਾਧੀ ਗਈ ਹੈ। ਠੀਕ ਹੈ, ਉਹਨੂੰ ਉਸ ਨੋਈਏ ਦੀ ਬਣਾ ਦੇਣਾ ਕਿ ਜਿਸਮ ਤੇ ਮੈਦਾ ਉਹਨੂੰ ਉਸ ਤਰ੍ਹਾਂ ਦਾ ਕਬੂ, ਫਿਰ ਮੈਦੇ ਨੇ ਵੀ ਉਹੋ ਜਿਹਾ ਗੈਸਟ੍ਰਿਕ ਜੂਸ ਪੈਦਾ ਕਰਨਾ ਹੈ ਜਿਹੜਾ ਅੱਗੇ ਤਬੀਅਤ ਨੂੰ ਚਾਹੀਦਾ, ਜਿਹੋ ਚਾਹੀਦਾ ਹੈ। ਉਹਨੇ ਗਿਜ਼ਾ ਨੂੰ ਉਹੋ ਜਿਹੀ ਨੋਈਏ ਦੇਣੀ, ਹੈਗਾ ਕਿ ਹਾਈਡਰੋਕਲੋਰਿਕ ਹੈ, ਲੇਕਿਨ ਉਹਦੀ ਉਹਦਾ ਪਤਲਾਪਨ, ਉਹਦਾ ਗਾੜਾਪਨ, ਉਹਦੀ ਤੇਜ਼ੀ, ਉਹਦੀ ਨਰਮੀ, ਔਰ ਉਹਦੇ ਵਿੱਚ ਦੂਸਰੀਆਂ ਜਿਹੜੀਆਂ ਰਤੂਬਤਾਂ ਮਿਲ ਕੇ ਉਹਨਾਂ ਨੇ ਕੁਆਮ ਬਣਨਾ ਹੈ, ਉਹਨਾਂ ਨੇ ਉਹੋ ਜਿਹਾ ਬਣ ਜਾਣਾ। ਉੱਥੇ ਇੰਜ਼ਾਈਮ, ਉੱਥੇ ਹਾਰਮੋਨ ਜਾਂ ਖਾਮਰੇ ਜਿਹੜੇ ਉਹੋ ਜਿਹੇ ਪੈਦਾ ਹੋ ਜਾਣੇ। ਕੁਦਰਤ ਦਾ ਖੁਦਕਾਰ ਨਿਜ਼ਾਮ ਹੈ। ਆਂਤਾਂ ਵਿੱਚ ਗਿਆ ਹੈ, ਆਂਤਾਂ ਵਿੱਚ ਹੋਰ ਤਰ੍ਹਾਂ ਦਾ ਉਹ ਜੇ ਉੱਥੇ ਬਾਇਲ ਉਹੋ ਜਿਹਾ ਡਿੱਗਣਾ, ਜਿਹੜਾ ਪਿੱਤੇ 'ਚੋਂ ਮਾਦਾ ਆਉਂਦਾ ਬਾਇਲ ਹੈ, ਸਫਰਾ ਹੈ, ਉਹਨੇ ਉਹੋ ਜਿਹਾ ਗਿਰਨਾ। ਦੇਸੀ ਘੀ, ਇਹ ਤੁਸੀਂ ਫਾਇਦੇ ਦੱਸਣ ਦੇ ਦੇਸੀ ਘੀ ਦੇ। ਦੇਸੀ ਘੀ ਦਾ ਅਗਰ ਹੁਣ ਅੱਜ ਕੱਲ੍ਹ ਮਿਲਣਾ ਮੁਸ਼ਕਿਲ ਹੁੰਦਾ ਹੈ, ਦੇਸੀ ਘੀ ਅਗਰ ਨਹੀਂ ਮਿਲਦਾ ਤੇ ਉਹਦੇ ਮੁਤਬਾਦਲ ਹੈਗੇ ਨੇ ਜ਼ੈਤੂਨ ਦਾ ਤੇਲ ਹੈਗਾ, ਤਿਲਾਂ ਦਾ ਤੇਲ ਹੈਗਾ, ਸਰਸੋਂ ਦੀ ਮੁਖਤਲਿਫ ਕਿਸਮ ਦਾ ਜਿਹੜਾ, ਲੇਕਿਨ ਮਿਜ਼ਾਜ ਬਦਲ ਜਾਣੇ ਨੇ। ਜ਼ਾਹਿਰ ਉਹ ਮਿਜ਼ਾਜ ਜਿਹੜੇ ਇਲਾਕੇ ਦੇ ਹਿਸਾਬ ਨਾਲ ਵੀ, ਤੇ ਉਹ ਜਿਸ ਇਲਾਕੇ ਦੇ ਰਹਿਣ ਵਾਲੇ ਨੇ ਉਹ ਉਸ ਇਲਾਕੇ ਨੂੰ ਇਹ ਮੁਤਬਾਦਲ ਦੇ ਤੌਰ ਤੇ ਇਸਤੇਮਾਲ ਕੀਤੇ ਜਾ ਸਕਦੇ ਨੇ।